मांडियो सूरमा अब जूझन को सब तेरा कहो नानक नानक कहो नानक कहो नानक सब तेरी वड्याई कोई ना जाने मेरा आनंद गुण आनंद गुण गुरु गरीब नवाज बोलना जी सतनाम श्री वाहिगुरु जी। छोलिया दी एक मुठ छोलिया दी खाके तेरे लंगरा चो एक मुठ छोलिया दी एक मुठ छोलिया दी खाके तेरे लंगरा चो घूर घूर मौत नो घूर घूर मौत नो डरावे तेरा खालसा घूर घूर मौत नो डरावे तेरा खालसा
ਦਰਬਾਰ ਵਿੱਚੋਂ ਧੂੜੀ ਲੈ ਕੇ ਜੋੜਿਆਂ ਦੀ ਤੇਰੇ ਦਰਬਾਰ ਤੇਰੇ ਦਰਬਾਰ ਵਿੱਚੋਂ ਧੂੜੀ ਲੈ ਕੇ ਜੋੜਿਆ ਠੋਕਰਾਂ ਨਵਾਬੀਆਂ ਨੂੰ ਮਾਰੇ ਤੇਰਾ ਖਾਲਸਾ ਤੇਰੇ ਦਰਬਾਰ ਵਿੱਚੋਂ ਲੈ ਕੇ ਧੂੜੀ ਜੋੜਿਆਂ ਦੀ ਤੇਰੇ ਦਰਬਾਰ ਵਿੱਚੋਂ ਧੂੜੀ ਲੈ ਕੇ ਜੋੜਿਆਂ ਦੀ ਠੋਕਰਾਂ ਨਵਾਬੀਆਂ ਨੂੰ ਲਾਵੇ ਤੇਰਾ ਖਾਲਸਾ ਠੋਕਰਾਂ ਨਵਾਬੀਆਂ ਨੂੰ ਲਾਵੇ ਤੇਰਾ ਖਾਲਸਾ ਠੋਕਰਾਂ ਨਵਾਬੀਆਂ ਨੂੰ ਲਾਵੇ ਤੇਰਾ ਖਾਲਸਾ ਘੁੱਟ ਪੀ ਕੇ ਤੇਰੇ ਬਾਟਿਓ ਪ੍ਰੇਮ ਵਾਲੇ ਪੰਜ ਘੁੱਟ ਪੀ ਕੇ ਤੇਰੇ ਬਾਟਿਓ ਪ੍ਰੇਮ ਵਾਲੇ ਮਸਤ ਹੋਏ ਹਾਥੀਆਂ ਨੂੰ ਧਾਵੇ ਤੇਰਾ ਖਾਲਸਾ ਮਸਤ ਹੋਏ ਹਾਥੀਆਂ ਨੂੰ ਧਾਵੇ ਤੇਰਾ ਖਾਲਸਾ ਨਿਸ਼ਾਨਿਆਂ ਦੀ
ਰਾਜ ਲੋੜ ਪੈ ਜੇ ਨਿਸ਼ਾਨਿਆਂ ਦੀ ਹੱਸ ਹੱਸ ਛਾਤੀਆਂ ਹੱਸ ਹੱਸ ਛਾਤੀਆਂ ਨੂੰ ਦਾਵੇ ਤੇਰਾ ਖਾਲਸਾ ਜਿੰਦੇ ਰਾਜੇ ਲੋੜ ਪੈ ਜੇ ਜਿੰਦੇ ਰਾਜੇ ਲੋੜ ਪੈ ਜੇ ਪਰਖਣੇ ਖਜ਼ਾਨਿਆਂ ਦੀ ਜਿੰਦ ਰਾਜੇ ਲੋੜ ਪੈ ਜੇ ਪਰਖਣੇ ਨਿਸ਼ਾਨਿਆਂ ਦੀ ਹੱਸ ਹੱਸ ਛਾਤੀਆਂ ਨੂੰ ਹੱਸ ਹੱਸ ਛਾਤੀਆਂ ਨੂੰ ਦਾਵੇ ਤੇਰਾ ਖਾਲਸਾ ਹੱਸ ਹੱਸ ਛਾਤੀਆਂ ਨੂੰ ਦਾਵੇ ਤੇਰਾ ਖਾਲਸਾ ਖਾਲਸਾ ਬਾਜਾਂ ਵਾਲੇ ਸ਼ਹਿਨशाह ਤੂੰ ਜੋਤ ਅਗੰਮੀ ਤੂੰ ਛੱਤ ਧਰਮ ਦੀ ਰੱਖ ਲਈ ਤੇ ਸਿਰਾਂ ਦੀ ਥੰਮੀ ਤੇਰੇ ਵਰਗਾ ਪੁੱਤਰ ਕੋਈ ਜੰਮ ਲਵੇ ਮਾਂ ਹਜੇ ਨਾ ਜੰਮੀ ਤੇਰੀ ਅਮਰ ਕਹਾਣੀ ਪਾਤਸ਼ਾਹ ਬਹੁਤ ਹੀ ਲੰਮੀ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰਤਾ ਗੱਦੀ ਤੇ ਸਭਾਏ ਮਾਨ ਸ਼ਬਦ ਗੁਰੂ ਸਰਬ ਕਲਾ ਭਰਪੂਰ ਵਾਲੀਏ ਕੁਲ ਆਲਮ ਪਾਤਸ਼ਾਹ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ ਖਾਲਸਾ ਜੀ ਆਓ ਇਤਿਹਾਸ ਦੀ ਆਰੰਭਤਾ ਤੋਂ ਪਹਿਲਾਂ ਪਟਨੇ ਦੇ ਬਾਹੀ ਨੀਲੇ ਦੇ ਸ਼ਾਹ ਅਸਵਾਰ ਮਾਤਾ ਗੁਜਰੀ ਦੇ ਨੂਰੇ ਨਜ਼ਰ ਸਰਬੰਸ ਦਾਨੀ ਸਾਹਿਬੇ ਕਮਾਲ ਤਨ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰੂ ਪਾਤਸ਼ਾਹ ਜੀ ਦੀ ਬੜੀ ਬਹਾਰ ਕਿਰਪਾ ਰਹਿਮਤ ਹੋਈ ਹੈ ਕਿਉਂਕਿ ਆਪਾਂ ਉਸ ਗੁਰੂ ਦੇ ਚਰਨਾਂ ਵਿੱਚ ਜੁੜ ਬੈਠੇ ਆ ਜਿਹੜੇ ਲੋਕਾਂ ਦੇ ਸਾਹਮਣੇ ਸਾਰੀ ਦੁਨੀਆ ਝੁਕਦੀ ਸੀ ਉਹ ਸਾਡੇ ਗੁਰੂ ਦੇ ਸਾਹਮਣੇ ਝੁਕਦੇ ਦੇਖੇ ਨੇ ਕਿਸੇ ਕਵੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਾਰੇ ਦੋ ਸੁੰਦਰ ਲੈਣਾ ਲਿਖੀਆਂ ਕਵੀ ਲਿਖਦਾ ਹੈ ਕਿ ਧੁਰ ਕੀ ਬਾਣੀ ਤੇ ਗੁਰੂ ਗ੍ਰੰਥ ਅੰਦਰ ਦਸਾਂ ਗੁਰੂਆਂ ਦੀ ਬੋਲਦੀ ਆਤਮਾ ਏ ਜੇਕਰ ਅੰਦਰਲੀ ਅੱਖ ਦੇ ਨਾਲ ਤੱਕੀਏ ਬਹਿਦਾ ਇਸ ਦੇ ਵਿੱਚੋਂ ਪਰਮਾਤਮਾ ਏ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਿੱਕੀ ਜੋਤ ਦਾ ਆਨੰਦ ਮਾਲ ਦੀ ਗੁਰੂ ਪਿਆਰੇ ਖਾਲਸਾ ਜੀਓ ਆਓ ਇਤਿਹਾਸ ਦੀ ਲੜੀ ਦੇ ਨਾਲ ਜੁੜਨਾ ਕਰੀਏ ਕਿਉਂਕਿ ਜਿਹੜਾ ਸਮਾਂ ਹੈ ਬਹੁਤ ਸੀਮਿਤ ਹੈ ਆਪ ਜੀ ਦੇ ਨਾਲ ਦਾਸਤਾਨ ਸ਼੍ਰੀ ਅਨੰਦਪੁਰ ਸਾਹਿਬ ਦੇ ਘੇਰੇ ਤੋਂ ਆਰੰਭ ਕਰਨ ਲੱਗੇ ਆ ਕਿਉਂਕਿ ਜਿਸ ਵਕਤ ਹਿੰਦੁਸਤਾਨ ਦਾ ਬਾਦਸ਼ਾਹ ਔਰੰਗਜ਼ੇਬ ਤਖਤ ਦੇ ਉੱਤੇ ਬਿਰਾਜਮਾਨ ਹੁੰਦਾ ਹੈ ਉਹਨੇ ਤਖਤ ਤੇ ਬੈਠਿਆਂ ਸਾਰ ਐਲਾਨ ਕੀਤਾ ਕਿ ਜਿਹੜੇ ਹਿੰਦੂ ਲੋਕ ਨੇ ਇਹਨਾਂ ਦੇ ਜਿਹੜੇ ਮੰਦਿਰ ਨੇ ਉਹ ਕੁਝ ਸਮੇਂ ਵਾਸਤੇ ਬੰਦ ਕੀਤੇ ਜਾਣ ਤੇ ਔਰੰਗਜ਼ੇਬ ਦੇ ਇਸ਼ਾਰੇ ਦੇ ਉੱਤੇ ਖਾਲਸਾ ਜੀ ਜਿਹੜੇ ਮੰਦਿਰ ਕੁਝ ਸਮੇਂ ਵਾਸਤੇ ਬੰਦ ਕੀਤੇ ਗਏ ਤੇ ਦੂਸਰਾ ਇਹਨੇ ਐਲਾਨ ਕਰ ਦਿੱਤਾ ਕਿ ਜਿਹੜੇ ਮੰਦਿਰ ਨੇ ਇਹਨਾਂ ਨੂੰ ਢਾਹ ਕੇ ਹੁਣ ਮਸੀਤਾਂ ਬਣਾ ਦਿੱਤੀਆਂ ਜਾਣ ਤੇ ਇਸੇ ਤਰ੍ਹਾਂ ਖਾਲਸਾ ਜੀ ਹੋਇਆ ਕਿ ਔਰੰਗਜ਼ੇਬ ਦੀ ਜਿਹੜੀ ਦੂਸਰੀ ਪਲੈਨਿੰਗ ਸੀ ਉਹ ਵੀ ਕਾਮਯਾਬ ਹੁੰਦੀ ਹੈ ਤੇ ਆਖਰਕਾਰ ਇਹਨੇ ਤੀਸਰਾ ਐਲਾਨ ਫਿਰ ਕੀਤਾ ਕਿਉਂਕਿ ਉਸ ਸਮੇਂ ਦੇ ਵਿੱਚ ਕਸ਼ਮੀਰ ਤੇ ਕਾਂਸ਼ੀ ਦੀ ਧਰਤੀ ਉੱਤੇ ਜਿਹੜੇ ਇਹ ਪੰਡਤ ਸਿੱਖਿਆ ਪ੍ਰਾਪਤ ਕਰ ਰਹੇ ਸਨ ਇਹਨੇ ਤੀਸਰਾ ਇਹ ਐਲਾਨ ਕਰ ਦਿੱਤਾ ਕਿ ਜੇਕਰ ਪਿਆਰ ਦੇ ਨਾਲ ਇਹ ਹਿੰਦੂ ਲੋਕ ਮੁਸਲਮਾਨ ਬਣ ਜਾਣ ਤੇ ਠੀਕ ਹੈ ਨਹੀਂ ਤੇ ਧੱਕੇ ਦੇ ਨਾਲ ਜਿਹੜਾ ਇਹਨਾਂ ਦਾ ਜਰੂਰ ਲਾਇਆ ਜਾ ਸਕੇ ਤੇ ਉਸ ਵਕਤ ਖਾਲਸਾ ਜੀ ਬਹੁਤ ਸਾਰੇ ਜਿਹੜੇ ਹਿੰਦੂ ਲੋਕ ਨੇ ਉਹ ਡਰਦੇ ਹੋਏ ਕਾਂਸ਼ੀ ਦੀ ਧਰਤੀ ਨੂੰ ਛੱਡ ਕੇ ਕਸ਼ਮੀਰ ਦੀ ਧਰਤੀ ਵਿੱਚ ਜਾ ਪਹੁੰਚੇ ਹੈ ਤੇ ਜਿੱਥੇ ਅਮਰਨਾਥ ਦਾ ਮੰਦਿਰ ਹੈ ਇੱਥੇ 39 ਪੰਡਤ ਜਿਹੜੇ ਜਾ ਕੇ ਲੁਕੇ ਨੇ ਤੇ ਉਸ ਤੋਂ ਬਾਅਦ ਜਿਹੜਾ ਔਰੰਗਜ਼ੇਬ ਦਾ ਕਹਿਰ ਸੀ ਉਹ ਲਗਾਤਾਰ ਵਧਦਾ ਜਾ ਰਿਹਾ ਔਰੰਗਜ਼ੇਬ ਨੇ ਇੱਕ ਆਪਣਾ ਫੌਜਦਾਰ ਕਸ਼ਮੀਰ ਦੀ ਧਰਤੀ ਵੱਲ ਨੂੰ ਭੇਜਿਆ ਹੈ ਕਿ ਜੇਕਰ ਇਹ ਹਿੰਦੂ ਲੋਕ ਪਿਆਰ ਦੇ ਨਾਲ ਮੰਨਦੇ ਆ ਤੇ ਠੀਕ ਹੈ ਨਹੀਂ ਤੇ ਧੱਕੇ ਦੇ ਨਾਲ ਇਹਨਾਂ ਨੂੰ ਮੁਸਲਮਾਨ ਬਣਾਇਆ ਜਾ ਸਕੇ ਤੇ ਜਦੋਂ ਇਹਨਾਂ ਦੇ ਕੋਲ ਬਚਣ ਵਾਸਤੇ ਕੋਈ ਚਾਰਾ ਨਾ ਚੱਲਿਆ
ਆਖਰਕਾਰ ਪੰਡਤ ਕਿਰਪਾ ਰਾਮ ਦੀ ਅਗਵਾਈ ਹੇਠ ਇਹ ਜਿਹੜੇ 39 ਪੰਡਤ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਉੱਤੇ ਪਹੁੰਚਦੇ ਆ। ਗੁਰੂ ਗੋਬਿੰਦ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਇਹਨਾਂ ਨੇ ਅਰਦਾਸ ਕੀਤੀ ਹੈ। ਕਹਿਣ ਲੱਗੇ ਦਾਤਾ ਜੀ, ਸਾਡਾ ਜਿਹੜਾ ਧਰਮ ਹੈ ਉਹ ਖਤਰੇ ਵਿੱਚ ਹੈ। ਹਿੰਦੁਸਤਾਨ ਦਾ ਬਾਦਸ਼ਾਹ ਔਰੰਗਜ਼ੇਬ ਸਾਨੂੰ ਜਿਹੜਾ ਉਹ ਖਤਮ ਕਰਕੇ ਧੱਕੇ ਦੇ ਨਾਲ ਮੁਸਲਮਾਨ ਜਿਹੜਾ ਉਹ ਬਣਾਉਣਾ ਚਾਹੁੰਦਾ। ਕਿਰਪਾ ਕਰੋ ਮਹਾਰਾਜ, ਸਾਡੇ ਧਰਮ ਦੀ ਰੱਖਿਆ ਕੀਤੀ ਜਾਵੇ। ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਉਸ ਸਮੇਂ ਗੋਬਿੰਦ ਰਾਏ ਜੀ ਨੇੜੇ ਖੜੇ ਸਨ। ਇਹਨਾਂ ਨੇ ਪੁੱਛਣਾ ਕੀਤਾ, ਕਹਿਣ ਲੱਗੇ ਪਿਤਾ ਜੀ, ਆ ਜਿਹੜੇ ਪੰਡਤ ਆਏ ਨੇ ਇਹਨਾਂ ਦੇ ਚਿਹਰੇ ਉੱਤੇ ਬੜੀ ਉਦਾਸੀ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿਣ ਲੱਗੇ ਬੇਟਾ ਜੀ, ਇਹਨਾਂ ਦਾ ਜਿਹੜਾ ਧਰਮ ਹੈ ਉਹ ਖਤਰੇ ਵਿੱਚ ਹੈ। ਹਿੰਦੁਸਤਾਨ ਦਾ ਬਾਦਸ਼ਾਹ ਔਰੰਗਜ਼ੇਬ ਇਹਨਾਂ ਨੂੰ ਖਤਮ ਕਰਕੇ ਧੱਕੇ ਦੇ ਨਾਲ ਜਿਹੜਾ ਉਹ ਮੁਸਲਮਾਨ ਬਣਾਉਣਾ ਚਾਹੁੰਦਾ ਹੈ। ਤੇ ਗੋਬਿੰਦ ਰਾਏ ਜੀ ਨੇ ਪੁੱਛਣਾ ਕੀਤਾ, ਕਹਿਣ ਲੱਗੇ ਪਿਤਾ ਜੀ, ਇਹਨਾਂ ਦਾ ਧਰਮ ਬਚਾਉਣ ਵਾਸਤੇ ਫਿਰ ਕੀ ਕਰਨਾ ਪਵੇਗਾ? ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਕਿ ਇਹਨਾਂ ਦਾ ਧਰਮ ਬਚਾਉਣ ਵਾਸਤੇ ਕਿਸੇ ਪੀਰ ਪੈਗੰਬਰ ਨੂੰ ਆਪਣਾ ਜਿਹੜਾ ਉਹ ਬਲੀਦਾਨ ਦੇਣਾ ਪਵੇਗਾ। ਤੇ ਗੋਬਿੰਦ ਰਾਏ ਜੀ ਨੇ ਕਿਹਾ, ਕਹਿਣ ਲੱਗੇ ਪਿਤਾ ਜੀ, ਤੁਸੀਂ ਜਾਓ, ਇਹਨਾਂ ਦਾ ਧਰਮ ਬਚਾਓ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੀ ਬੇਨਤੀ ਮੰਨ ਕੇ 5 ਸਿੱਖਾਂ ਨੂੰ ਲੈ ਕੇ ਮਹਾਰਾਜ ਦਿੱਲੀ ਦੀ ਧਰਤੀ ਵੱਲ ਨੂੰ ਜਿਹੜਾ ਰਵਾਨਾ ਹੁੰਦੇ ਨੇ। ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਪਾਵਨ ਸ਼ਹਾਦਤ 11 ਨਵੰਬਰ 1675 ਈਸਵੀ ਨੂੰ ਦਿੱਲੀ ਦੀ ਚਾਂਦਨੀ ਚੌਕ ਵਿੱਚ ਜਿਹੜੀ ਮਹਾਰਾਜ ਜੀ ਦੀ ਸ਼ਹਾਦਤ ਹੁੰਦੀ ਹੈ। ਉਸ ਤੋਂ ਬਾਅਦ ਗੋਬਿੰਦ ਰਾਏ ਜੀ ਇਸ ਗੁਰਤਾ ਗੱਦੀ ਦੇ ਮਾਲਕ ਬਣਦੇ ਨੇ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਤਿਹਾਸ ਦੇ ਵਿੱਚੋਂ ਪਿਆਰਿਓ ਇਹ ਜ਼ਿਕਰ ਮਿਲਦਾ ਹੈ ਕਿ ਮਹਾਰਾਜ ਜੀ ਨੇ ਸਮੇਂ ਦੀ ਹਕੂਮਤ ਦੇ ਨਾਲ ਪਹਿਲੀ ਜੰਗ ਭਗਾਣੀ ਦੀ ਜੰਗ ਲੜੀ। ਉਸ ਭਗਾਣੀ ਦੀ ਜੰਗ ਦੇ ਵਿੱਚ ਹਿੰਦੁਸਤਾਨ ਦੇ 22 ਧਰ ਦੇ ਰਾਜੇ ਮਹਾਰਾਜ ਉੱਤੇ ਚੜ੍ਹ ਕੇ ਆਉਂਦੇ ਆ। ਤੇ ਮਹਾਰਾਜ ਜੀ ਨੇ ਉਸ ਜੰਗ ਦੇ ਵਿੱਚ ਜਿਹੜੀ ਜਿੱਤ ਪ੍ਰਾਪਤ ਹੁੰਦੀ ਹੈ। ਉਸ ਤੋਂ ਬਾਅਦ ਮਹਾਰਾਜ ਜੀ ਨੇ ਦੂਸਰੀ ਜੰਗ ਨੰਦੌੜ ਦੀ ਜੰਗ ਲੜੀ ਹੈ। ਉਸ ਜੰਗ ਦੇ ਵਿੱਚ ਵੀ ਮਹਾਰਾਜ ਜੀ ਦੀ ਜਿਹੜੀ ਖਾਲਸਾ ਜੀ ਉਹ ਜਿੱਤ ਪ੍ਰਾਪਤ ਹੁੰਦੀ ਹੈ। ਤੇ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਖਾਲਸਾ ਜੀ ਇਹ ਮੁੱਦਾ ਉਠਾਇਆ ਗਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅਸੀਂ ਜੰਗ ਦੇ ਵਿੱਚ ਜਿੱਤ ਨਹੀਂ ਸਕਦੇ। ਇਸ ਤਰ੍ਹਾਂ ਦੀ ਇਹ ਪਲੈਨਿੰਗ ਬਣਾਈ ਜਾਵੇ ਕਿ ਇਕੱਠੇ ਹੋ ਕੇ ਅਨੰਦਪੁਰ ਸਾਹਿਬ ਨੂੰ ਜਿਹੜਾ ਉਹ ਘੇਰਾ ਪਾ ਲਿਆ ਜਾਵੇ। ਔਰੰਗਜ਼ੇਬ ਦੇ ਇਸ਼ਾਰੇ ਦੇ ਨਾਲ ਜਿਹੜੇ ਬਹੁਤ ਸਾਰੇ ਜਰਨੈਲ ਨੇ ਅਨੰਦਪੁਰ ਨੂੰ ਘੇਰਨ ਵਾਸਤੇ ਤੁਰੇ ਨੇ। ਉਹਨਾਂ ਵਿੱਚ ਕੌਣ ਲੋਕ ਸ਼ਾਮਲ ਹੈ? ਨੰਬਰ 1 ਤੇ ਔਰੰਗਜ਼ੇਬ ਦਾ ਫੌਜਦਾਰ ਜ਼ਬਰਦਸਤ ਖਾਂ ਸ਼ਾਮਲ ਹੈ। ਸਰਹੰਦ ਦਾ ਸੂਬੇਦਾਰ ਵਜ਼ੀਰ ਖਾਂ ਸ਼ਾਮਲ ਹੈ। ਔਰ ਭੀਮ ਚੰਦ ਵਰਗੇ, ਅਜਮੇਰ ਚੰਦ ਵਰਗੇ ਜਿਹੜੇ ਉਹ ਰਾਜੇ ਸ਼ਾਮਲ ਨੇ, ਪਹਾੜੀ ਰਾਜੇ ਨਾਲ ਸ਼ਾਮਲ ਨੇ। ਅਨੰਦਪੁਰ ਸਾਹਿਬ ਨੂੰ ਖਾਲਸਾ ਜੀ ਆਖਰਕਾਰ ਇਹਨਾਂ ਨੇ ਘੇਰਾ ਪਾ ਲਿਆ। ਤੇ ਘੇਰਾਬੰਦੀ ਇੰਨੀ ਸਖਤ ਸੀ ਕਿ ਨਾ ਕੋਈ ਕਿਲੇ ਦੇ ਵਿੱਚੋਂ ਬਾਹਰ ਚੀਜ਼ ਜਾ ਸਕਦੀ ਸੀ ਤੇ ਨਾ ਕੋਈ ਬਾਹਰੋਂ ਜਿਹੜੀ ਚੀਜ਼ ਸੀ ਉਹ ਕਿਲੇ ਦੇ ਵਿੱਚ ਆ ਸਕਦੀ ਸੀ। ਇਤਿਹਾਸ ਦੱਸਦਾ ਹੈ ਕਿ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਇੰਨੀ ਸਖਤ ਘੇਰਾਬੰਦੀ ਹੋਈ, ਜੇਕਰ ਗੁਰੂ ਕੇ ਸਿੱਖਾਂ ਨੂੰ ਬਾਹਰੋਂ ਪਾਣੀ ਲੈਣ ਵਾਸਤੇ ਜਾਣਾ ਪੈਂਦਾ, 4 ਸਿੱਖ ਪਾਣੀ ਲੈਣ ਵਾਸਤੇ ਜਾਂਦੇ ਨੇ ਤੇ 2 ਸਿੱਖ ਜਿਹੜੇ ਉਹਨਾਂ ਵਿੱਚੋਂ ਵਾਪਸ ਆਉਂਦੇ ਨੇ, 2 ਸ਼ਹੀਦ ਹੋ ਜਾਂਦੇ ਨੇ। ਇੰਨੀ ਸਖਤ ਘੇਰਾਬੰਦੀ ਹੋਈ, ਜਿਵੇਂ ਪਹਾੜੀ ਰਾਜਿਆਂ ਨੇ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਰਲ ਮਿਲ ਕੇ ਘੇਰਾ ਪਾਇਆ, ਉਹਨਾਂ ਸਤਰਾਂ ਨੂੰ ਆਪ ਸੰਗਤ ਦੇ ਸਾਹਮਣੇ ਆਹ ਪੇਸ਼ ਕੀਤਾ ਜਾ ਰਿਹਾ ਹੈ। ਆਨੰਦ ਨੂੰ ਗੁਰਾਂ ਪਾਏ ਚਾਲੇ, ਛੱਡ ਕੇ ਪੁਰੀ ਆਨੰਦ ਨੂੰ ਗੁਰਾਂ ਪਾਏ ਚਾਲੇ, ਕਹਿੰਦੇ ਛੱਡ ਕੇ ਪੁਰੀ ਆਨੰਦ ਨੂੰ ਗੁਰਾਂ ਪਾਏ ਚਾਲੇ।
सरसा सपनी शूकदी बिच पादे पाले अगे सरसा सपनी शूकदी बिच पौधे पाले हो सरसा सपनी शूकदी बिच पौधे पाले सरसा सपनी शूकदी हो सरसा सपनी सूकदी बिच पौधे पाले ओते सुंदर साऊ बाल जा चमकौर दे दुख चल के बाले हो पूजा विच चमकौर दे दुख चल के बाले पूजा विच चमकौर दे दुख चल के बाले पूजा विच चमकौर दे दुख चल के बाले सुखले पंछिया सिर दुख उठाए हो जग सुखले पंछिया सिर दुख उठाए जग सुखले पंछिया हो जग सुखले पंछिया सिर दुख उठाए जग सुखले पंछिया सिर दुख उठाए आनंदपुर ਸਾਹਿਬ ਦੇ ਕਿਲੇ ਨੂੰ ਜਿਹੜਾ ਪਹਾੜੀ ਰਾਜਿਆਂ ਨੇ ਘੇਰਾ ਪਾ ਲਿਆ ਤੇ ਆਖਰਕਾਰ ਖਾਲਸਾ ਜੀ ਖਾਲਸੇ ਦੇ ਕਹਿਣ ਦੇ ਉੱਤੇ 20 ਦਸੰਬਰ 1704 ਈਸਵੀ ਨੂੰ ਕਲਗੀਆਂ ਵਾਲੇ ਪਾਤਸ਼ਾਹ ਨੇ ਜਿਹੜਾ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਣ ਦੀ ਤਿਆਰੀ ਕੀਤੀ ਹੈ ਤੇ ਜਿਸ ਵਕਤ ਮਹਾਰਾਜ
ਆਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡ ਕੇ ਸਰਸਾ ਨਦੀ ਵੱਲ ਨੂੰ ਰਵਾਨਾ ਹੁੰਦੇ ਨੇ। ਕਿਉਂਕਿ ਖਾਲਸਾ ਜੀ ਉਸ ਸਮੇਂ ਪੰਡਤ ਪ੍ਰਮੋਦ ਦੇ ਰਾਹੀਂ ਜਿਹੜੀ ਮਹਾਰਾਜ ਜੀ ਨੂੰ ਖਤ ਲਿਖਿਆ ਗਿਆ ਸੀ ਕਿ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡ ਜਾਓ, ਭਾਵੇਂ ਕੁਝ ਸਮਾਂ ਬਾਅਦ ਇੱਥੇ ਫਿਰ ਆ ਕੇ ਵਸ ਜਾਇਓ। ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਇਹ ਜਾਣਦੇ ਸਨ ਕਿ ਇਹ ਪਹਾੜੀ ਰਾਜਿਆਂ ਦੀ ਨੀਤੀ ਹੈ। ਤੇ ਜਦੋਂ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਿਆ ਤੇ ਆਖਰਕਾਰ ਮਹਾਰਾਜ ਸਰਸਾ ਨਦੀ ਦੇ ਕੰਢੇ ਉੱਤੇ ਪਹੁੰਚਦੇ ਨੇ ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਹੁਕਮ ਕੀਤਾ, ਕਹਿਣ ਲੱਗੇ ਸਿੱਖੋ ਕਿ ਇਸੇ ਆਥਾ ਜੀ ਦੀ ਵਾਰ ਦਾ ਜਿਹੜਾ ਉਹ ਕੀਰਤਨ ਕੀਤਾ ਜਾਵੇ। ਤੇ ਜਿਸ ਵਕਤ ਮਹਾਰਾਜ ਜੀ ਨੇ ਆਸਾ ਜੀ ਦੇ ਵਾਰ ਕੀਰਤਨ ਦੀ ਸਮਾਪਤੀ ਕੀਤੀ ਹੈ ਕਿ ਜਿਹੜੇ ਇਹ ਪਹਾੜੀ ਰਾਜੇ ਕਸਮਾਂ ਖਾਂਦੇ ਸਨ, ਇਹਨਾਂ ਨੇ ਪਾਤਸ਼ਾਹ ਜੀ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਆਖਰਕਾਰ ਸਰਸਾ ਨਦੀ ਦੇ ਕੰਢੇ ਉੱਤੇ ਇੱਕ ਸਮਾਨ ਦਾ ਜੰਗ ਹੋਇਆ। ਕਿਸੇ ਕਵੀ ਨੇ ਲਿਖਿਆ ਹੈ ਕਿ ਸਰਸਾ ਨਦੀ ਕੰਢੇ ਹਨੇਰੀ ਰਾਤ ਦੀ ਜੰਗ ਛਿੜ ਪਈ, ਸਿੰਘ ਸੂਰਮੇ ਤੇਗਾਂ ਨੇ ਵਾਹੁਣ ਲੱਗ ਪਏ, ਵਾਰ ਇੱਕ ਤੇ ਧੌਣਾ ਉਹ ਤਿੰਨ ਲਾਉਂਦੇ, ਮੁੱਲ ਅੰਮ੍ਰਿਤ ਦਾ ਪੂਰਾ ਦਿਖਾਉਣ ਲੱਗ ਪਏ। ਕਿ ਇੱਥੇ ਸਰਸਾ ਨਦੀ ਦੇ ਕੰਢੇ ਉੱਤੇ ਅਨੇਕਾਂ ਗੁਰੂ ਕੇ ਸਿੱਖਾਂ ਨੇ ਜਿਹੜੀਆਂ ਉਹ ਸ਼ਹਾਦਤਾਂ ਪ੍ਰਾਪਤ ਕੀਤੀਆਂ। ਤੇ ਆਖਰਕਾਰ ਮਹਾਰਾਜ ਜੀ ਨੇ ਸਿੱਖਾਂ ਨੂੰ ਹੁਕਮ ਕਰ ਦਿੱਤਾ ਕਿ ਸਰਸਾ ਨਦੀ ਨੂੰ ਜਿਹੜਾ ਉਹ ਪਾਰ ਕੀਤਾ ਜਾਵੇ। ਜਿਵੇਂ ਸਿੱਖਾਂ ਨੇ ਮਹਾਰਾਜ ਜੀ ਦਾ ਹੁਕਮ ਮੰਨ ਕੇ ਸਰਸਾ ਨਦੀ ਨੂੰ ਪਾਰ ਕਰਨ ਦਾ ਜਿਹੜਾ ਉਪਰਾਲਾ ਕੀਤਾ ਤੇ ਉਸ ਵਕਤ ਮਹਾਰਾਜ ਜੀ ਦਾ ਪਰਿਵਾਰ ਜਿਵੇਂ ਖੇਰੂ ਖੇਰੂ ਹੋਇਆ, ਢਾਡੀ ਕਲਾ ਦੀ ਸੁੰਗਰ ਵਦਗੀ ਰਾਹੀਂ ਜਥਾ ਇਉਂ ਪੇਸ਼ ਕਰ ਰਿਹਾ ਜੀ। ਸਤਿਗੁਰ ਜੀ ਦਾ ਖੇਰੂ ਹੋ ਪਰਿਵਾਰ ਗਿਆ, ਸਰਸਾ ਕੰਢੇ ਸਤਿਗੁਰ ਜੀ ਦਾ ਖੇਰੂ ਹੋ ਪਰਿਵਾਰ ਗਿਆ। ਰਾਜੇ ਕਸਮਾਂ ਖਾ ਕੇ ਭੁੱਲੇ, ਪਾਪੀ ਧਨ ਦੌਲਤ ਤੇ ਡੁੱਲੇ। ਕਸਮਾਂ ਖਾ ਕੇ ਭੁੱਲੇ ਪਾਪੀ, ਅੱਜ ਉਹ ਜ਼ੁਲਮ ਕਰਨ ਤੇ ਡੁੱਲੇ, ਅੱਜ ਉਹ ਜ਼ੁਲਮ ਕਰਨ ਤੇ ਡੁੱਲੇ। ਝੂਠਾ ਹੋ ਇਕਰਾਰ ਗਿਆ, ਸਰਸਾ ਕੰਢੇ ਸਤਿਗੁਰ ਜੀ ਦਾ ਖੇਰੂ ਹੋ ਪਰਿਵਾਰ ਗਿਆ, ਸਰਸਾ ਕੰਢੇ ਸਤਿਗੁਰ ਜੀ ਦਾ ਖੇਰੂ ਹੋ ਪਰਿਵਾਰ ਗਿਆ। ਸਰਸਾ ਦੇ ਵਿੱਚ ਘੋੜੇ, ਪਾਦ ਤੇ ਵਿਛੋੜੇ ਡੁੱਬ ਗਏ ਸਰਸਾ ਦੇ ਵਿੱਚ ਘੋੜੇ। ਅੰਦਰੀ ਪਾਦ ਤੇ ਵਿਛੋੜੇ ਡੁੱਬ ਗਏ ਸਰਸਾ ਦੇ ਵਿੱਚ ਘੋੜੇ, ਪਾਦ ਤੇ ਵਿਛੋੜੇ ਡੁੱਬ ਗਏ ਸਰਸਾ ਦੇ ਵਿੱਚ ਘੋੜੇ। ਅੱਡੋ ਅਲਗਾਂ ਦੇ ਜੋੜੇ 9 ਲੱਖਾਂ ਹਾਰ ਗਿਆ, ਸਰਸਾ ਕੰਢੇ ਸਤਿਗੁਰ ਜੀ ਦਾ ਖੇਰੂ ਹੋ ਪਰਿਵਾਰ ਗਿਆ, ਸਰਸਾ ਕੰਢੇ ਸਤਿਗੁਰ ਜੀ ਦਾ ਖੇਰੂ ਹੋ ਪਰਿਵਾਰ ਗਿਆ।
ਅੰਮ੍ਰਿਤ ਵੇਲੇ ਖੜਕੇ ਚੰਡੀ ਵਗਦੀ ਹਵਾ ਸਿਆਲ ਦੀ ਠੰਡੀ ਅੰਮ੍ਰਿਤ ਵੇਲੇ ਖੜਕਦੀ ਚੰਡੀ ਹਵਾ ਵਗਦੀ ਸਿਆਲ ਦੀ ਠੰਡੀ ਅੰਮ੍ਰਿਤ ਵੇਲੇ ਖੜਕੇ ਚੰਡੀ ਵਗਦੀ ਹਵਾ ਸਿਆਲ ਦੀ ਠੰਡੀ ਅੰਮ੍ਰਿਤ ਵੇਲੇ ਖੜਕਦੀ ਚੰਡੀ ਸਤਿਗੁਰ ਲੈ ਕੇ ਪੱਟ ਕੇ ਚੰਡੀ ਕਿਧਰੇ ਜੀਤ ਜੁਝਾਰ ਗਿਆ ਸਰਸਾ ਕੰਡੇ ਸਤਿਗੁਰ ਜੀ ਦਾ ਖੇਰੂ ਹੋ ਪਰਵਾਰ ਗਿਆ ਸਰਸਾ ਕੰਡੇ ਸਤਿਗੁਰ ਜੀ ਦਾ ਖੇਰੂ ਹੋ ਪਰਵਾਰ ਗਿਆ सरसा पेट करे निजराने दिया परचा से दिख जाने सरसा पेट करे निजराने दिया परचा से दिख जाने सरसा पेट करे नजराने दिया परचा से दिख जाने सरसा पेट करे अजराने डुब के पानी विच मस्ताने डुब के पानी विच मस्ताने सच बलवीर उजाड़ गया सरसा कंडे सतगुर जी दा खेरू हो परवार गया सरसा कंडे सतगुर जी दा खेरू हो परवार गया सरसा कंडे सतगुर जी दा खेरू हो परवार गया ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ। ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਇੱਕ ਪਾਸੇ, ਮਾਤਾ ਸਾਹਿਬ ਕੌਰ ਜੀ, ਮਾਤਾ ਸੁੰਦਰ ਕੌਰ ਜੀ ਭਾਈ ਮਨੀ ਸਿੰਘ ਹੁਣਾਂ ਨਾਲ ਦਿੱਲੀ ਨੂੰ ਚਲੇ ਜਾਂਦੇ ਨੇ। ਵੱਡੇ ਸਾਹਿਬਜ਼ਾਦੇ ਤੇ ਗਿਣਤੀ ਦੇ 40 ਸਿੰਘ ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਉਹ ਇੱਕ ਪਾਸੇ, ਤੇ ਮਹਾਰਾਜ ਜੀ ਨੇ ਸਰਸਾ ਤੋਂ ਜਿਹੜਾ ਪਹਿਲਾ ਪੜਾਅ ਕੀਤਾ ਸੀ ਉਹ ਰੋਪੜ ਦੀ ਧਰਤੀ ਉੱਤੇ ਕੀਤਾ, ਤੇ ਉਸ ਤੋਂ ਬਾਅਦ ਮੇਰੇ ਸੱਚੀ ਸਰਕਾਰ ਧੰਨ ਕਲਗੀਧਰ ਪਾਤਸ਼ਾਹ ਸਿੱਖਾਂ ਸਮੇਤ ਚਮਕੌਰ ਦੀ ਗੜ੍ਹੀ ਵਿੱਚ ਪਹੁੰਚਦੇ ਨੇ। ਤੇ ਜਦੋਂ ਪਾਤਸ਼ਾਹ ਜੀ ਚਮਕੌਰ ਦੀ ਗੜ੍ਹੀ ਵਿੱਚ ਪਹੁੰਚੇ ਤੇ ਜਿਹੜੇ ਇਹ ਮੁਗਲ ਫੌਜਾਂ ਸੀ ਇਹਨਾਂ ਨੇ ਚਮਕੌਰ ਦੀ ਗੜ੍ਹੀ ਨੂੰ ਘੇਰਾ ਪਾ ਲਿਆ, ਤੇ ਚਮਕੌਰ ਦੀ ਗੜ੍ਹੀ ਨੂੰ 10 ਲੱਖ ਮੁਗਲ ਫੌਜਾਂ ਨੇ ਖਾਲਸਾ ਜੀ ਜਿਹੜਾ ਉਹ ਘੇਰਾ ਪਾ ਲਿਆ। ਤੇ ਜਿਹੜੀ ਇਹਨਾਂ ਦੀ ਪਹਿਲੀ ਸਕੀਮ ਸੀ ਉਹ ਇਸ ਤਰ੍ਹਾਂ ਦੀ ਤਰਤੀਬ ਬਣਾਈ ਗਈ। ਸਭ ਤੋਂ ਪਹਿਲਾਂ ਜਿਹੜਾ ਜਰਨੈਲ ਉਹ ਨਾਹਰ ਖਾਂ ਸਾਹਮਣੇ ਆਉਂਦਾ ਹੈ, ਇਹਨੇ ਇਹ ਦਾਅਵਾ ਕੀਤਾ ਸੀ ਕਿ ਮੈਂ ਪੌੜੀ ਲਾ ਕੇ ਗੜ੍ਹੀ ਦੇ ਉੱਤੋਂ ਗੁਰੂ ਕਲਗੀਧਰ ਪਾਤਸ਼ਾਹ ਨੂੰ ਜਿਹੜਾ ਉਹ ਪਕੜ ਕੇ ਲਿਆਵਾਂਗਾ। ਇਹਦੇ ਨਾਲ ਉੱਠਿਆ ਹੈ ਗਨੀ ਖਾਂ, ਤੇ ਤੀਸਰੇ ਨੰਬਰ ਤੇ ਖਵਾਜਾ ਮਰਦੂਦ ਉੱਠਿਆ। ਖਾਲਸਾ ਜੀ ਜਿਸ ਵਕਤ ਨਾਹਰ ਖਾਂ ਨੇ ਗੜ੍ਹੀ ਨੂੰ ਲਾਈ ਹੈ ਪੌੜੀ, ਤੇ ਪੌੜੀ ਦੇ ਉੱਤੇ ਚੜ੍ਹਦਾ ਹੋਇਆ ਆਖਰੀ ਸਿਰੇ ਉੱਤੇ ਪਹੁੰਚਦਾ, ਇਧਰ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤੰਦੀ ਦੇ ਚੜ੍ਹ ਕੇ ਤੀਰ ਜਦੋਂ ਨਾਹਰ ਖਾਂ ਦੀ ਛਾਤੀ ਵਿੱਚ ਮਾਰਿਆ, ਇਹ ਪੁੱਠਾ ਹੋ ਕੇ ਜਿਹੜਾ ਉਹ ਧਰਤੀ ਉੱਤੇ ਡਿੱਗਦਾ ਹੈ। ਉਸ ਤੋਂ ਬਾਅਦ ਗਨੀ ਖਾਂ ਦੀ ਵਾਰੀ ਆਉਂਦੀ ਹੈ, ਉਹ ਵੀ ਨਾਹਰ ਖਾਂ ਦੀ ਤਰ੍ਹਾਂ ਗੜ੍ਹੀ ਦੇ ਉੱਤੇ ਚੜ੍ਹਨ ਦੀ ਕੋਸ਼ਿਸ਼ ਕੀਤੀ, ਪਰ ਕਲਗੀ ਪਰ ਪਾਤਸ਼ਾਹ ਜੀ ਨੇ ਇੱਕ ਤੀਰ ਮਾਰ ਕੇ ਜਿਹੜਾ ਉਹ ਗਨੀ ਖਾਂ ਨੂੰ ਵੀ ਧਰਤੀ ਉੱਤੇ ਸਿੱਟ ਦਿੱਤਾ ਹੈ। ਤੇ ਤੀਸਰੇ ਨੰਬਰ ਤੇ ਆਉਂਦਾ ਖਵਾਜਾ ਮਰਦੂਦ, ਪਰ ਕਲਗੀਧਰ ਪਾਤਸ਼ਾਹ ਜੀ ਨੇ ਜਫਰਨਾਮੇ ਦੇ ਵਿੱਚ ਖਾਲਸਾ ਜੀ ਖਵਾਜਾ ਕੈਰ ਲਿਖਿਆ ਹੈ। ਮਹਾਰਾਜ ਜਫਰਨਾਮੇ ਵਿੱਚ ਜ਼ਿਕਰ ਕਰਦੇ ਨੇ ਕਿ ਜਿਹੜਾ ਖਵਾਜਾ ਮਰਦੂਦ ਨਹੀਂ ਖਵਾਜਾ ਕੈਰ ਨਿਕਲਿਆ, ਉਹ ਡਰਦਾ ਹੋਇਆ ਹੀ ਕਲਗੀਆਂ ਵਾਲੇ ਪਾਤਸ਼ਾਹ ਦੇ ਸਾਹਮਣੇ ਨਹੀਂ ਆਇਆ ਕਿ ਕਿਤੇ ਪਾਤਸ਼ਾਹ ਗੜ੍ਹੀ ਦੇ ਉੱਤੋਂ ਉਤਰ ਕੇ ਜਿਹੜਾ ਉਹ ਮੈਨੂੰ ਢਾਹ ਨਾ ਲੈਣ। ਉਸ ਤੋਂ ਬਾਅਦ ਜਦੋਂ ਇਹ ਤਿੰਨ ਜਰਨੈਲ ਵਜ਼ੀਰ ਖਾਂ ਵੱਲੋਂ ਭੇਜੇ ਜਾ ਰਹੇ ਨੇ, ਇਹਨਾਂ ਦੇ ਵਿੱਚ ਦੋ ਜਿਹੜੇ ਉਹ ਮਾਰੇ ਜਾ ਚੁੱਕੇ ਨੇ, ਇੱਕ ਡਰਦਾ ਹੋਇਆ ਲੁਕ ਗਿਆ,
ਤੇ ਵਜ਼ੀਰ ਖਾਨ ਨੇ ਆਪਣੀਆਂ ਫੌਜਾਂ ਨੂੰ ਲਲਕਾਰਿਆ ਕਿ ਇੱਕ ਵਾਰ ਇਕੱਠਿਆਂ ਹੋ ਕੇ ਜਿਹੜਾ ਉਹ ਗਲੀ ਨੂੰ ਘੇਰਾ ਪਾ ਲਿਆ ਜਾਵੇ। ਇਧਰ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਵੀ ਆਪਣੇ ਸਿੱਖਾਂ ਨੂੰ ਐਲਾਨ ਕਰ ਦਿੱਤਾ ਕਿ ਕੱਲ ਨੂੰ ਜਿਹੜੀ ਜੰਗ ਹੈ ਉਹ ਮੈਦਾਨੇ ਜੰਗ ਵਿੱਚ ਜਾ ਕੇ ਜਿਹੜੀ ਉਹ ਲੜੀ ਜਾਵੇ। ਸਭ ਤੋਂ ਪਹਿਲਾਂ ਜਥਾ ਲੈ ਕੇ ਭਾਈ ਹਿੰਮਤ ਸਿੰਘ ਪੰਜ ਸਿੰਘਾਂ ਦੀ ਅਗਵਾਈ ਹੇਠ ਮੈਦਾਨੇ ਜੰਗ ਵਿੱਚ ਆਉਂਦੇ ਨੇ ਤੇ ਮੈਦਾਨੇ ਜੰਗ ਦੇ ਵਿੱਚ ਭਾਈ ਹਿੰਮਤ ਸਿੰਘ ਜੀ ਦੁਸ਼ਮਣਾਂ ਨਾਲ ਜੂਝਦੇ ਹੋਏ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ ਤੇ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਖਾਲਸਾ ਜੀ ਗੁਰੂ ਕਲਗੀਧਰ ਪਾਤਸ਼ਾਹ ਦਾ ਵੱਡਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਆਉਂਦਾ ਹੈ। ਕਹਿਣ ਲੱਗਾ, ਪਿਤਾ ਜੀ ਮੈਨੂੰ ਆਗਿਆ ਦਿਓ, ਮੈਂ ਮੈਦਾਨੇ ਜੰਗ ਵਿੱਚ ਜਾ ਕੇ ਦੁਸ਼ਮਣਾਂ ਦੇ ਨਾਲ ਜੂਝ ਕੇ ਜਿਹੜਾ ਉਹ ਸ਼ਹਾਦਤ ਪ੍ਰਾਪਤ ਕਰਾਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲੋਂ ਲੈ ਕੇ ਆ ਗਿਆ ਧੰਨ ਕਲਗੀਧਰ ਪਾਤਸ਼ਾਹ ਜੀ ਦਾ ਵੱਡਾ ਸਾਹਿਬਜ਼ਾਦਾ ਜਦੋਂ ਮੈਦਾਨੇ ਜੰਗ ਵਿੱਚ ਜਾ ਕੇ ਦੁਸ਼ਮਣਾਂ ਨਾਲ ਜੂਝਦਾ। ਉਸ ਸਮੇਂ ਦੀ ਦਾਸਤਾਨ ਆਪ ਜੀ ਦੇ ਸਾਹਮਣੇ ਇੰਜ ਪੇਸ਼ ਕੀਤੀ ਜਾ ਰਹੀ ਹੈ। ਫਤਿਹ ਪਿਤਾ ਨੂੰ ਬੁਲਾ ਕੇ ਆਖਰੀ ਹੈ ਸਤਿਗੁਰੂ ਮੇਰਿਆ ਕਲਗੀ ਵਾਇਆ ਪੰਥ ਦਿਆ ਮਾਲਕਾ ਜੀਓ ਦਾ ਤੇਰੀਆਂ ਪਿਤਾ ਨੂੰ ਬੁਲਾ ਕੇ ਆਖਰੀ ਪਿਤਾ ਨੂੰ ਬੁਲਾ ਕੇ ਆਖਰੀ ਕਰੇ ਜੰਗਲ ਅਜੀਤ ਸਿੰਘ ਵੀਰ ਉਹਦੇ ਮੋਢੇ ਪੁੱਤਰੀ ਅਕਾਦੀ ਸ਼ਮਸ਼ੀਰ ਉਹਦੀ ਢੁੱਲ ਢੁੱਲ ਪੈਂਦੀ ਵੀਰਦਾ ਉਹਦੀ ਢੁੱਲ ਢੁੱਲ ਪੈਂਦੀ ਵੀਰਦਾ ਪੱਥੇ ਵਿੱਚ ਦਰਪਣ ਤੀਰ ਜੋੜਾ ਨੂੰ ਮੁੱਖ ਤੇ ਵਿੱਚ ਆ ਗਿਆ ਅੱਗੇ ਵਧਿਆ ਦਿਲਾਂ ਨੂੰ ਚੀਰਾ ਉਹਨੇ ਖਿੱਚ ਖਿੱਚ ਛੱਡੀਆਂ ਕਾਨੀਆਂ
ਵਿੱਚ ਛੱਟੀਆਂ ਕਾਨੀਆਂ ਕਮੇਰ ਦੀਆਂ ਕਰ ਦਿੱਤੀਆਂ ਲੀਰਾ ਉਹਨੇ ਵੱਡ ਵੱਡ ਮੇਰੀ ਦਾਦ ਹੋਏ ਉਹਨੇ ਵੱਡ ਵੱਡ ਕੀਤੇ ਟੱਕਰੇ ਹੋ ਜਿਵੇਂ ਕੇਲੇ ਕਿੱਕਰ ਅਕੀਰਾ ਉਹਨੇ ਵੱਡ ਵੱਡ ਕੀਤੇ ਟੱਕਰੇ ਹੋ ਜਿਵੇਂ ਕੇਲੇ ਕਿੱਕਰ ਕਰੀਰਾ ਖਾ ਸੈਂਕੜੇ ਪੱਟ ਤਲਵਾਰ ਦੇ ਸੈਂਕੜੇ ਪੱਟ ਤਲਵਾਰ ਤੇ ਹੋ ਸੜਕ ਗਿਆ ਚੜਦੀ ਖੀਰਾ ਛਾਤੀ ਧਰਦੀ ਹੋਇਆ ਵੀ ਛਾਨਣੀ ਛਾਤੀ ਹੋਈ ਤੀਰਾ ਨਾ ਛਾਨਣੀ ਚਾਲੀ ਹੋ ਬਚਿਆ ਗੀਤਿਆ ਖੀਰਾ ਜੱਗ ਰਹਿੰਦੀਆਂ ਉਹ ਮਰਦਾ ਤੇਰੀਆਂ ਰਹਿੰਦੀਆਂ ਅਜੀਤ ਸਿੰਘਾਂ ਤੇਰੀਆਂ ਹਾਂ ਮਾਰਾ ਦੁਨੀਆ ਜਾ ਬਾਬਾ ਅਜੀਤ ਸਿੰਘ ਗੁਰੂ ਕਲਗੀਧਰ ਪਾਤਸ਼ਾਹ ਤੋਂ ਆਗਿਆ ਲੈ ਕੇ ਮੈਦਾਨੇ ਜੰਗ ਵਿੱਚ ਜਾਂਦਾ ਹੈ ਤੇ ਬਾਬਾ ਅਜੀਤ ਸਿੰਘ ਦਾ ਮੁਕਾਬਲਾ ਕਰਨ ਵਾਸਤੇ ਅਲਵਰ ਖਾਂ ਸਾਹਮਣੇ ਆਉਂਦਾ ਹੈ। ਜਿਹੜਾ ਅਲਵਰ ਖਾਂ ਸੀ ਇਹਦਾ ਜਿਹੜਾ ਸਰੀਰ ਸੀ ਲੋਹੇ ਦੇ ਨਾਲ ਬਣਿਆ ਸੀ, ਬੜਾ ਮਾਣ ਸੀ, ਬੜਾ ਹੰਕਾਰ ਸੀ ਕਿ ਮੇਰੇ ਉੱਤੇ ਕਿਹੜਾ ਉਹ ਵਾਰ ਹੋਣਾ। ਪਰ ਆਖਰਕਾਰ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਨੇ ਜ਼ੋਰ ਦੇ ਨਾਲ ਜਿਹੜਾ ਉਹ ਨੇਜਾ ਮਾਰਿਆ ਛਾਤੀ ਦੇ ਵਿੱਚ ਤੇ ਨੇਜਾ ਜਿਹੜਾ ਖਾਲਸਾ ਜੀ ਉਹ ਲੋਹੇ ਨੂੰ ਪਾੜ ਕੇ ਉਹ ਛਾਤੀ ਦੇ ਵਿੱਚ ਜਾ ਵੱਜਾ। ਆਖਰਕਾਰ ਜਿਹੜਾ ਇਹ ਅਲਵਰ ਖਾਂ ਵੀ ਚਮਕੌਰ ਦੀ ਜੰਗ ਵਿੱਚ ਮਾਰਿਆ ਜਾਂਦਾ ਹੈ ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦੇ ਨੂੰ ਫਿਰ ਜਿਹੜੇ ਇਹ ਮੁਗਲ ਸਿਪਾਹੀ ਸਨ ਇਹਨਾਂ ਨੇ ਇਕੱਠੇ ਹੋ ਕੇ ਘੇਰਾ ਪਾਇਆ। ਆਖਰਕਾਰ ਬਾਬਾ ਅਜੀਤ ਸਿੰਘ ਜੀ ਮੈਦਾਨੇ ਜੰਗ ਵਿੱਚ ਦੁਸ਼ਮਣਾਂ ਨਾਲ ਜੂਝਦੇ ਹੋਏ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ ਤੇ ਇੱਥੋਂ ਤੱਕ ਇਤਿਹਾਸ ਦੇ ਵਿੱਚ ਵਿਦਵਾਨ ਸੱਜਣ ਖਾਲਸਾ ਜੀ ਲਿਖਦੇ ਨੇ ਕਿ ਬਾਬਾ ਅਜੀਤ ਸਿੰਘ ਦੇ 300 ਤੋਂ ਵੱਧ ਜਿਹੜੇ ਉਹ ਫੱਟ ਲੱਗੇ ਤੇ ਬਾਬਾ ਅਜੀਤ ਸਿੰਘ ਮੈਦਾਨੇ ਜੰਗ ਵਿੱਚ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ। ਇਹਨਾਂ ਤੋਂ ਬਾਅਦ ਬਾਬਾ ਜੁਝਾਰ ਸਿੰਘ ਜੀ ਗੁਰੂ ਕਲਗੀਧਰ ਪਾਤਸ਼ਾਹ ਕੋਲ ਆਉਂਦੇ ਨੇ, ਕਹਿਣ ਲੱਗੇ ਪਿਤਾ ਜੀ ਮੈਨੂੰ ਵੀ ਆਗਿਆ ਦਿਓ, ਮੈਂ ਵੀ ਵੱਡੇ ਵੀਰ ਵਾਂਗ ਮੈਦਾਨੇ ਜੰਗ ਵਿੱਚ ਜਾ ਕੇ ਜੂਝ ਕੇ ਸ਼ਹਾਦਤ ਪ੍ਰਾਪਤ ਕਰਾਂ। ਬਾਬਾ ਜੁਝਾਰ ਸਿੰਘ ਜੀ ਵੀ ਗੁਰੂ ਪਾਤਸ਼ਾਹ ਕੋਲ ਆਗਿਆ ਲੈ ਕੇ ਮੈਦਾਨੇ ਜੰਗ ਵਿੱਚ ਜਾ ਕੇ ਜਿਹੜਾ ਉਹ ਜੂਝ ਕੇ ਸ਼ਹੀਦ ਹੁੰਦੇ ਨੇ ਤੇ ਖਾਲਸਾ ਜੀ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦੇ ਤੇ 5 ਪਿਆਰਿਆਂ ਦੇ ਵਿੱਚੋਂ 3 ਜਿਹੜੇ ਉਹ ਸਿੰਘ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਏ ਨੇ। ਇਸ ਵਾਸਤੇ ਜੋਗੀ ਅੱਲਾ ਜ਼ਾਰ ਖਾਨ ਨੇ ਲਿਖਿਆ ਹੈ, ਬਸ एक ही तीर्थ है हिंद में यात्रा के लिए कटाए बाप ने बेटे जहां खुदा के लिए। गुरु कलगीधर पातशाह ने साहबजादियां दी शहादत कलगी वाले दिला दे मैर मावे उस्ताद किस तरह करा बयान तेरी इस कलमा वचारी ने की लिखनी दर्दा परी दाता दास्तान तेरी माता पिता पुत्र वार के भी चढ़दी कला विच रही शान तेरी माता पिता दे पुत्र
ਵਾਰ ਕੇ ਵੀ ਤੇ ਚੜ੍ਹਦੀ ਕਲਾ ਵਿੱਚ ਰਹੀ ਸ਼ਾਨ ਤੇਰੀ। ਸਾਨੂੰ ਐਵੇਂ ਨੀ ਲੋਕ ਸਰਦਾਰ ਕਹਿੰਦੇ, ਮਿਲਿਆ ਸਿਰ ਦੇ ਕੇ ਸਰਦਾਰੀਆਂ ਨੇ, ਸਾਨੂੰ ਪਰਖਿਆ ਝੜਖੜੀ ਦੇ ਦੰਦਿਆਂ ਨੇ, ਫਿਰੀਆਂ ਸਿਰਾਂ ਤੇ ਸਾਡੇ ਯਾਰੀਆਂ ਨੇ। ਹੋ ਪਿਤਾ ਸਾਡੇ ਨੇ ਜੂਣ ਦਾ ਢੰਗ ਦੱਸਿਆ, ਜਿੰਦਾ ਮਾਰ ਕੇ ਪਿਆਰੀਆਂ ਪਿਆਰੀਆਂ ਨੇ। ਪਿਤਾ ਸਾਡੇ ਨੇ ਜੂਣ ਦਾ ਢੰਗ ਦੱਸਿਆ, ਹੋ ਜਿੰਦਾ ਮਾਰ ਕੇ ਪਿਆਰੀਆਂ ਪਿਆਰੀਆਂ ਨੇ। ਅਸੀਂ ਉਹ ਅਨਿਆਲੇ ਤੀਰ ਹਾਂ ਜੋ ਕਦੇ ਨਾ ਉਕੇ, ਜ਼ਾਲਮ ਦੀ ਹਿੱਕ ਪਾੜ ਕੇ ਲੰਘ ਜਾਈਏ ਸੁਕੇ। ਸੱਚੀ ਗੱਲ ਚੀਮਿਆ ਸਾਡੇ ਤੇ ਢੁਕੇ, ਸਾਨੂੰ ਮਾਰਨ ਵਾਲੇ ਮੁੱਕ ਗਏ ਪਰ ਅਸੀਂ ਨਾ ਮੁੱਕੇ। ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਖਾਲਸਾ ਪੰਥ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਿਹਾ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇਗਾ। ਗੁਰੂ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਚਮਕੌਰ ਦੀ ਜੰਗ ਵਿੱਚ ਹੁੰਦੀ ਹੈ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਰਹੰਦ ਦੀ ਧਰਤੀ ਉੱਤੇ ਹੁੰਦੀ ਹੈ, ਤੇ ਮਾਤਾ ਗੁਜਰ ਕੌਰ ਜੀ ਦੀ ਪਾਵਨ ਸ਼ਹਾਦਤ ਸਰਹੰਦ ਦੀ ਧਰਤੀ ਉੱਤੇ ਹੁੰਦੀ ਹੈ। ਉਹਨਾਂ ਸਾਹਿਬਜ਼ਾਦਿਆਂ ਨੂੰ, ਮਾਤਾ ਗੁਜਰ ਕੌਰ ਨੂੰ ਤੇ ਸਮੂਹ ਸ਼ਹੀਦਾਂ ਨੂੰ ਕੋਟ ਕੋਟ ਵਾਰ ਪ੍ਰਣਾਮ ਹੈ, ਜਿਨ੍ਹਾਂ ਨੇ ਸਾਡੀ ਖਾਤਰ ਆਪਣੀ ਸ਼ਹਾਦਤ ਦਿੱਤੀ ਹੈ। ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਇਤਿਹਾਸ ਦੁਨੀਆ ਦੇ ਇਤਿਹਾਸ ਦੇ ਨਾਲੋਂ ਖਾਲਸਾ ਜੀ ਵੱਖਰਾ ਇਤਿਹਾਸ ਹੈ। ਮਹਾਰਾਜ ਜੀ ਨੇ ਸਾਰਾ ਸਰਬੰਸ ਸਾਡੀ ਖਾਤਰ ਵਾਰਿਆ, ਤੇ ਇੱਕ ਸਮੇਂ ਭਾਈ ਨੰਦ ਲਾਲ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸ਼ਹਿਨशाह ਆਖਿਆ, ਤੇ ਗੁਰੂ ਪਾਤਸ਼ਾਹ ਕਹਿਣ ਲੱਗੇ ਸਿੱਖਾ ਸ਼ਹਿਨशाह ਨਾ ਆਖ, ਤੇ ਸਿੱਖ ਕਹਿਣ ਲੱਗਾ ਮਹਾਰਾਜ ਸ਼ਹਿਨशाह ਕਿਉਂ ਨਾ ਆਖਾਂ। ਤੇ ਮਹਾਰਾਜ ਕਹਿੰਦੇ ਨੇ ਜਦੋਂ ਡੁੱਬਦੇ ਧਰਮ ਦਾ ਸਹਾਰਾ ਨਹੀਂ ਸੀ, ਉਦੋਂ ਪਿਤਾ ਆਪਣਾ ਇਹ ਧਰਮ ਤੋਂ ਵਾਰਿਆ ਮੈਂ। ਮਾਂ ਗੁਜਰੀ ਸਰਹੰਦ ਦੇ ਵਿੱਚ ਗੁਜਰੀ, ਸਮਾਂ ਗੁਜਰਿਆ ਜਿਵੇਂ ਗੁਜ਼ਾਰਿਆ ਮੈਂ। 4 ਪੁੱਤਰ ਸਨ ਬਖਸ਼ੇ ਪਰਮਾਤਮਾ ਨੇ, ਉਹ ਵੀ ਜੋੜਾ ਜੋੜਾ ਕਰਕੇ ਵਾਰਿਆ ਮੈਂ। ਮੈਨੂੰ ਸ਼ਹਿਨशाह ਮਤ ਕਹਿ ਸਿੱਖਾ, ਕਿਸ਼ਤਾਂ ਵਿੱਚ ਕਰਜ਼ ਜੋ ਉਤਾਰਿਆ ਮੈਂ। ਧੰਨ ਕਲਗੀਧਰ ਪਾਤਸ਼ਾਹ ਜੀ ਦੀ ਬਹੁਤ ਵੱਡੀ ਕੁਰਬਾਨੀ ਹੈ। ਸੋ ਪਾਤਸ਼ਾਹ ਜੀ ਦੀ ਕੁਰਬਾਨੀ ਨੂੰ ਯਾਦ ਰੱਖੀਏ, ਜਿਨ੍ਹਾਂ ਨੇ ਸਾਡੀ ਖਾਤਰ ਆਪਣਾ ਸਰਬੱਤ ਦਾਨ ਕੀਤਾ। ਸੋ ਦਿੱਤੇ ਹੋਏ ਸਮੇਂ ਦੀ ਸਮਾਪਤੀ ਹੈ। ਆਪ ਜੀ ਦੇ ਨਾਲ ਗੁਰ ਇਤਿਹਾਸ ਦੀ ਸਾਂਝ ਪਾਉਂਦਿਆਂ ਬੇਅੰਤ ਭੁੱਲਾਂ ਗਲਤੀਆਂ ਹੋਈਆਂ, ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਭੁੱਲਾਂ ਨਾ ਤਾਰਦੇ ਹੋ ਦੇਵ ਅਸੀਸ ਜੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਰਬੱਤ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ। ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸਰਦਾਰ ਭਗਤ ਸਿੰਘ ਜੀ ਕਨਗੋ, ਸਰਦਾਰ ਜਗਦੀਸ਼ ਸਿੰਘ ਜੀ ਪੁੱਤਰ ਸਰ ਹਰੀ ਸਿੰਘ ਜੀ, ਜਿਨ੍ਹਾਂ ਨੇ ਢਾਡੀ ਜੱਥੇ ਦੀ ਸੇਵਾ ਦਿੱਤੀ। ਸੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਸਰਬੱਤ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ। ਕੋੜ ਕੋੜ ਸ਼ੁਕਰਾਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ ਆਪਣੀ ਗੋਦ ਵਿੱਚ ਬੈਠਣ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਥੇ ਹੀ ਸਮਾਪਤੀ ਹੈ। ਗੁਰੂ ਮਹਾਰਾਜ ਜੀ ਦੇ ਸੁਖ